ਬੀਤੇ ਦਿਨੀ ਦੀਪ ਸਿੱਧੂ ਦੀ ਸੜਕ ਹਾਦਸੇ ਦੇ ਦੌਰਾਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਕਈ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਸੜਕ ਹਾਦਸੇ ਨੂੰ ਕਤਲ ਵੀ ਦੱਸਿਆ ਜਾ ਰਿਹਾ ਸੀ। ਦੱਸਦੀ ਕਿ ਇਹ ਮਾਮਲਾ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ, ਪਰ ਇਸ ਵਿਚਾਲੇ ਅੰਤਿਮ ਅਰਦਾਸ ਹੋਵੇ ਜਾਂ ਫਿਰ ਉਹਨਾਂ ਦੇ ਪਰਿਵਾਰ ਦੇ ਵੱਲੋਂ ਸੁਖ ਸ਼ਾਂਤੀ ਦੇ ਲਈ ਗੁਰਦੁਆਰਾ ਸਾਹਿਬ ਜਾਣਾ। 24 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਦੀਪ ਸਿੱਧੂ ਦੀ ਅੰਤਿਮ ਅਰਦਾਸ ਸਮਾਗਮ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਅੱਜ ਦੀਪ ਸਿੱਧੂ ਦੀ ਪਤਨੀ ਅਤੇ ਦੀਪ ਸਿੱਧੂ ਦੀ ਬੇਟੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇ ਸੀ, ਜਿੱਥੇ ਉਹਨਾਂ ਦੇ ਵੱਲੋਂ ਮੱਥਾ ਟੇਕਿਆ ਗਿਆ, ਪਰਿਵਾਰ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕੀਤੀ ਗਈ ਅਤੇ ਦੀਪ ਸਿੱਧੂ ਦੀ ਆਤਮਿਕ ਸ਼ਾਂਤੀ ਦੀ ਵੀ ਅਰਦਾਸ ਕਰਦੇ ਹੋਏ ਦੀਪ ਸਿੱਧੂ ਨੂੰ ਇੱਕ ਵਾਰ ਫਿਰ ਤੋਂ ਉਹਨਾਂ ਦੀ ਪਤਨੀ ਅਤੇ ਬੇਟੀ ਸਮੇਤ ਪਰਿਵਾਰ ਦੇ ਵੱਲੋਂ ਨਮ ਅੱਖਾਂ ਦੇ ਨਾਲ ਯਾਦ ਕੀਤਾ ਗਿਆ। ਦੱਸਦੀ ਕਿ ਦੀਪ ਸਿੱਧੂ ਦੀ ਪਤਨੀ ਨਮਰਤਾ ਅਤੇ ਉਹਨਾਂ ਦੀ ਗਰਲਫ੍ਰੈਂਡ ਕਹੀ ਜਾਂਦੀ ਰੀਨਾ ਰਾਏ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਸਨ। ਦਰਅਸਲ ਜਿਸ ਸਮੇਂ ਦੀਪ ਸਿੱਧੂ ਦੀ ਮੌਤ ਹੋਈ ਉਸ ਸਮੇਂ ਵੀ ਉਹ ਆਪਣੀ ਗਰਲਫ੍ਰੈਂਡ ਰੀਨਾ ਦੇ ਨਾਲ ਹੀ ਸੀ, ਜਦੋਂ ਕਿ ਉਹ ਕਾਰ ਦੇ ਵਿੱਚ ਬਿਲਕੁਲ ਸਹੀ ਸਲਾਮਤ ਸੀ। ਉਹਨਾਂ ਦੇ ਕੁਝ ਸੱਟਾਂ ਜ਼ਰੂਰ ਲੱਗੀਆਂ, ਪਰ ਕੁਝ ਹੀ ਦਿਨਾਂ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਬੀਤੇ ਦਿਨ ਰੀਨਾ ਦੇ ਵੱਲੋਂ ਉਹ ਸਾਰਾ ਭਿਆਨਕ ਮੰਜ਼ਰ ਬਿਆਨ ਕੀਤਾ ਗਿਆ ਸੀ। ਦੱਸਿਆ ਗਿਆ ਕਿ ਕਿਵੇਂ ਇਹ ਸਾਰੀ ਘਟਨਾ ਵਾਪਰੀ ਸੀ। ਪੰਜਾਬੀ ਅਦਾਕਾਰ ਅਤੇ ਕਿਸਾਨ ਅੰਦੋਲਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ। ਹਾਦਸੇ ਦੌਰਾਨ ਉਹਨਾਂ ਦੇ ਨਾਲ ਉਹਨਾਂ ਦੀ ਮਹਿਲਾ ਮਿੱਤਰ ਰੀਨਾ ਰਾਏ ਵੀ ਮੌਜੂਦ ਸੀ। ਹਾਦਸੇ ਤੋਂ ਬਾਅਦ ਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਕੁਝ ਇਮੋਸ਼ਨਲ ਪੋਸਟਾਂ ਸ਼ੇਅਰ ਕੀਤੀਆਂ ਸਨ, ਜਿਸ ਦੇ ਵਿੱਚ ਦੱਸਿਆ ਗਿਆ ਦੀਪ ਦੇ ਨਾਲ ਉਹ ਹਾਦਸਾ ਕਿਸ ਤਰ੍ਹਾਂ ਵਾਪਰਿਆ, ਉਸ ਸਮੇਂ ਉੱਥੋਂ ਦਾ ਦ੍ਰਿਸ਼ ਕਿਹੋ ਜਿਹਾ ਸੀ। ਆਪਣੀ ਪੋਸਟ ਦੇ ਵਿੱਚ ਰੀਨਾ ਨੇ ਲਿਖਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰ ਉਸ ਤੋਂ ਪਹਿਲਾਂ ਸੁਣ ਲੈਂਦੇ ਹਾਂ ਕਿ ਦੀਪ ਸਿੱਧੂ ਦੀ ਪਤਨੀ ਦੇ ਵੱਲੋਂ ਕੀ ਕਿਹਾ ਗਿਆ। I came for the darshan today here and just to pray for Deep's soul and blessing for my family, friends, everyone who supported. Thank you so much. We came for the darshan today here and just to pray for Deep's soul and blessing for my family, friends, everyone who supported. Thank you so much. ਇਸ ਦੇ ਨਾਲ ਹੀ ਉਸਨੇ ਆਪਣੀਆਂ ਅਤੇ ਦੀਪ ਸਿੱਧੂ ਦੀਆਂ ਕੁਝ ਫੋਟੋਆਂ ਵੀ ਸ਼ੇਅਰ ਕੀਤੀਆਂ ਸਨ। ਇੰਨਾ ਹੀ ਨਹੀਂ, ਪੋਸਟ ਦੇ ਵਿੱਚ ਉਸਨੇ ਆਪਣਾ ਦਰਦ ਵੀ ਬਿਆਨ ਕੀਤਾ। ਉਸਨੇ ਦੱਸਿਆ ਕਿ ਕਿਵੇਂ ਜਦੋਂ ਉਹ ਦੀਪ ਦੇ ਨਾਲ ਦਿੱਲੀ ਤੋਂ ਪੰਜਾਬ ਵਾਪਸ ਆ ਰਹੀ ਸੀ ਤਾਂ ਕੁੰਡਲੀ ਮਾਨੇਸਰ KMP ਹਾਈਵੇ ਤੇ ਸੜਕ ਹਾਦਸਾ ਵਾਪਰ ਗਿਆ, ਜਿਸ ਦੇ ਵਿੱਚ ਦੀਪ ਸਿੱਧੂ ਦੀ ਮੌਤ ਹੋ ਗਈ। ਪੂਰੀ ਤਰ੍ਹਾਂ ਦੇ ਨਾਲ ਦੱਸਿਆ ਗਿਆ ਕਿ 120 ਘੰਟੇ ਆਨੰਦ ਅਤੇ ਪਿਆਰ ਦੇ ਨਾਲ ਭਰੇ ਜੀਵਨ ਜਿਉਣ ਤੋਂ ਲੈ ਕੇ ਦਿਲ ਦਹਿਲਾ ਦੇਣ ਵਾਲੇ ਤਜਰਬੇ ਕਾਰਨ ਹੁਣ ਤੱਕ ਸਹਿਮੀ ਹੋਈ ਹੈ ਰੀਨਾ। 120 ਮਿੰਟਾਂ ਦੇ ਵਿੱਚ ਲਿਖਦੇ ਨੇ ਕਿ ਮੈਂ ਭਾਰਤ ਦੇ ਲਈ ਉਡਾਨ ਭਰੀ, ਵੈਲੈਂਟਾਈਨ ਡੇ ਮਨਾਇਆ, ਇੱਕ ਘਾਤਕ ਕਾਰ ਹਾਦਸੇ ਦੀ ਸ਼ਿਕਾਰ ਹੋਈ, ਮੇਰੇ ਜੀਵਨ ਦਾ ਪਿਆਰ ਖਤਮ ਹੋ ਗਿਆ, ਹਸਪਤਾਲ ਦੇ ਵਿੱਚ ਪਹੁੰਚ ਗਈ ਅਤੇ ਟੁੱਟ ਕੇ ਘਰ ਵਾਪਸ ਆ ਗਈ। ਮੈਨੂੰ ਪਤਾ ਹੈ ਕਿ ਹਰ ਕਿਸੇ ਕੋਲ ਬਹੁਤ ਸਾਰੇ ਸਵਾਲ ਨੇ ਅਤੇ ਮੈਂ ਉਹਨਾਂ ਦਾ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੀ। ਰੀਨਾ ਨੇ ਆਪਣੀ ਅਤੇ ਦੀਪ ਸਿੱਧੂ ਦੀ ਪ੍ਰੇਮ ਕਹਾਣੀ ਬਾਰੇ ਲਿਖਦੇ ਦੱਸਿਆ ਕਿ ਦੀਪ ਅਤੇ ਮੈਨੂੰ 2018 ਦੇ ਵਿੱਚ ਰੰਗ ਪੰਜਾਬ ਦੇ ਸੈੱਟ ਤੇ ਮਿਲਣ ਤੋਂ ਬਾਅਦ ਪਿਆਰ ਹੋ ਗਿਆ ਸੀ। ਦੀਪ ਸਿੱਧੂ ਦੇ ਨਾਲ ਪਿਆਰ ਕਰਨ ਵਾਲੇ ਦਿਆਲੂ ਅਤੇ ਨਿਰਸਵਾਰਥ ਕਈ ਵਿਅਕਤੀ ਨੇ ਜਿਨ੍ਹਾਂ ਨੂੰ ਮੈਂ ਕਦੇ ਮਿਲੀ ਨਹੀਂ ਸੀ। ਜੀਵਨ ਦੇ ਲਈ ਉਹਨਾਂ ਦਾ ਨਜ਼ਰੀਆ ਪੋਜ਼ਿਟਿਵ ਸੀ। ਸਾਡੀ ਦੋਸਤੀ ਫਿਲਮ ਦੇ ਨਿਰਮਾਣ ਦੌਰਾਨ ਵਧੀ। ਫਿਲਮ ਬਣਨ ਦੇ ਦੌਰਾਨ ਬ੍ਰੇਕ ਵੇਲੇ ਅਸੀਂ ਘੰਟਿਆਂ ਬੱਧੀ ਆਪਣੇ ਜੀਵਨ, ਦੋਸਤਾਂ, ਪਰਿਵਾਰ ਅਤੇ ਸੁਪਨਿਆਂ ਬਾਰੇ ਗੱਲਾਂ ਕਰਦੇ ਹੁੰਦੇ ਸੀ। ਰੰਗ ਪੰਜਾਬ ਫਿਲਮ ਬਣਨ ਤੋਂ ਬਾਅਦ ਅਸੀਂ ਸੰਪਰਕ ਦੇ ਵਿੱਚ ਰਹਿੰਦੇ ਸੀ ਅਤੇ ਸਾਡੀ ਦੋਸਤੀ ਪਿਆਰ ਦੇ ਵਿੱਚ ਬਦਲ ਗਈ। ਰੀਨਾ ਲਿਖਦੀ ਹੈ ਕਿ ਪਿਛਲੇ ਐਤਵਾਰ ਮੈਂ ਕੁਝ ਪ੍ਰੋਜੈਕਟ ਸ਼ੁਰੂ ਕਰਨ ਅਤੇ ਦੀਪ ਦੇ ਨਾਲ ਵੈਲੈਂਟਾਈਨ ਡੇ ਮਨਾਉਣ ਦੇ ਲਈ ਦਿੱਲੀ ਗਈ ਸੀ, ਕਿਉਂਕਿ ਅਸੀਂ ਪਿਛਲੇ ਸਾਲ ਇਹ ਦਿਨ ਨਹੀਂ ਮਨਾ ਪਾਏ। ਇਹ ਇੱਕ ਜਾਦੂਈ ਦਿਨ ਸੀ ਜਿਸ ਨੂੰ ਮੈਂ ਹਮੇਸ਼ਾ ਆਪਣੇ ਦਿਲ ਦੇ ਵਿੱਚ ਰੱਖਾਂਗੀ। ਅਗਲੇ ਦਿਨ ਮੁੰਬਈ ਦੇ ਲਈ ਘਰ ਜਾਣ ਤੋਂ ਪਹਿਲਾਂ ਅਸੀਂ ਪੰਜਾਬ ਦੇ ਲਈ ਬਾਹਰ ਜਾਣ ਦਾ ਫੈਸਲਾ ਕੀਤਾ। ਅਸੀਂ ਆਪਣਾ ਸਮਾਨ ਪੈਕ ਕੀਤਾ, ਸਕਾਰਪੀਓ ਨੂੰ ਲੋਡ ਕੀਤਾ ਅਤੇ ਬਾਹਰ ਨਿਕਲ ਗਏ। ਦੀਪ ਅਤੇ ਮੈਂ ਕੁਝ ਦੇਰ ਗੱਲਾਂ ਕੀਤੀਆਂ, ਫਿਰ ਮੈਂ ਚਪਕੀ ਲੈਣ ਦਾ ਫੈਸਲਾ ਕੀਤਾ। ਮੈਂ ਆਪਣੀ ਸੀਟ ਪਿੱਛੇ ਕੀਤੀ, ਜੁੱਤੀ ਲਾ ਦਿੱਤੀ ਅਤੇ ਸੌਂ ਗਈ ਸੀ। ਮੈਨੂੰ ਸਿਰਫ ਇੰਨਾ ਯਾਦ ਹੈ ਕਿ ਅੱਗੇ ਮੈਨੂੰ ਸੀਟ ਤੇ ਧੱਕਾ ਲੱਗਾ ਅਤੇ 에ਅਰ ਬੈਗ ਖੁੱਲ ਗਿਆ। ਮੇਰੇ ਪੈਰ ਜੰਮ ਗਏ। ਜਦੋਂ ਮੈਂ ਉੱਪਰ ਦੇਖਿਆ ਤਾਂ ਦੀਪ ਹਿਲ ਨਹੀਂ ਰਿਹਾ ਸੀ। ਮੈਂ ਰੱਬ ਅੱਗੇ ਅਰਦਾਸ ਕੀਤੀ ਅਤੇ ਮੈਨੂੰ ਉਹਨਾਂ ਦੀ ਮਦਦ ਕਰਨ ਦੀ ਸ਼ਕਤੀ ਦੇਣ ਲਈ ਕਿਹਾ। ਮੈਂ ਚੀਕਦੀ ਰਹੀ, ਉਹਨਾਂ ਦਾ ਨਾਮ ਲਿਆ। ਅਖੀਰ ਦੇ ਵਿੱਚ ਮੈਂ ਉੱਠਣ ਦੇ ਵਿੱਚ ਕਾਮਯਾਬ ਹੋ ਗਈ। ਉਸ ਦਾ ਚਿਹਰਾ ਆਪਣੇ ਵੱਲ ਕੀਤਾ। ਉਸ ਦਾ ਚਿਹਰਾ ਪੂਰੀ ਤਰ੍ਹਾਂ ਖੂਨ ਦੇ ਨਾਲ ਲਥਪਥ ਸੀ। ਮੈਂ ਬੇਹੋਸ਼ ਹੋ ਗਈ, ਪਿੱਛੇ ਝੁਕ ਗਈ ਅਤੇ ਮਦਦ ਦੇ ਲਈ ਚੀਕਣਾ ਸ਼ੁਰੂ ਕੀਤਾ। ਇੱਕ ਵਿਅਕਤੀ ਉੱਥੇ ਆਇਆ ਅਤੇ ਮੈਨੂੰ ਸਕਾਰਪੀਓ ਦੇ ਵਿੱਚੋਂ ਬਾਹਰ ਕੱਢਿਆ ਅਤੇ ਜ਼ਮੀਨ ਤੇ ਲਟਾ ਦਿੱਤਾ।
ਰੀਨਾ ਨੇ ਲਿਖਿਆ ਕਿ ਮੈਂ ਮਨਦੀਪ ਨੂੰ ਫੋਨ ਕਰਕੇ ਦੀਪ ਦੀ ਮਦਦ ਦੇ ਲਈ ਸਹਾਇਤਾ ਕੀਤੀ। ਦੱਸਦੀ ਹੈ ਕਿ ਮਨਦੀਪ ਦੀਪ ਸਿੱਧੂ ਦੇ ਭਰਾ ਨੇ, ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਫੋਨ ਰੀਨਾ ਦੇ ਵੱਲੋਂ ਕਿਸੇ ਹੋਰ ਦੀ ਮਦਦ ਦੇ ਨਾਲ ਕੀਤਾ ਗਿਆ ਸੀ। ਇਸ ਤੋਂ ਬਾਅਦ ਲੋਕ ਦੀਪ ਨੂੰ ਬਾਹਰ ਕੱਢਣ ਲੱਗੇ ਤਾਂ ਦੇਖਿਆ ਕਿ ਉਹ ਅੱਗੇ ਦੀ ਸੀਟ ਤੇ ਫਸ ਗਿਆ ਅਤੇ ਕਾਰ ਦੇ ਕੈਬਿਨ ਨੇ ਉਸ ਨੂੰ ਬੁਰੀ ਤਰ੍ਹਾਂ ਦੇ ਨਾਲ ਕੁਚਲ ਦਿੱਤਾ ਸੀ। ਜਿਵੇਂ ਤਿਵੇਂ ਉਸ ਨੂੰ ਬਾਹਰ ਕੱਢਿਆ ਗਿਆ ਤੇ ਸਾਨੂੰ ਦੋਵਾਂ ਨੂੰ ਵੱਖ-ਵੱਖ ਐਂਬੂਲੈਂਸ ਦੇ ਵਿੱਚ ਹਸਪਤਾਲ ਭੇਜ ਦਿੱਤਾ ਗਿਆ। ਮੈਂ ਵਾਰ-ਵਾਰ ਦੀਪ ਦੇ ਬਾਰੇ ਪੁੱਛਦੀ ਰਹੀ ਅਤੇ ਸਭ ਨੇ ਦੱਸਿਆ ਕਿ ਉਹ ਠੀਕ ਹੈ। ਹਾਲਾਂਕਿ ਮੇਰਾ ਦਿਲ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਸਭ ਕੁਝ ਠੀਕ ਹੈ। ਆਖਿਰਕਾਰ ਲਗਭਗ 5 ਘੰਟੇ ਬਾਅਦ ਮੇਰਾ ਚਚੇਰਾ ਭਰਾ ਪੰਜਾਬ ਤੋਂ ਹਸਪਤਾਲ ਪਹੁੰਚਿਆ। ਮੇਰੇ ਪਰਿਵਾਰ ਦੇ ਕਹਿਣ ਤੇ ਚੰਗੇ ਇਲਾਜ ਦੇ ਲਈ ਦਿੱਲੀ ਦੇ ਵਿੱਚ ਨੈਸ਼ਨਲ ਹਾਰਟ ਇੰਸਟੀਚਿਊਟ ਦੇ ਵਿੱਚ ਭੇਜ ਦਿੱਤਾ ਗਿਆ। ਉੱਥੇ ਮੇਰੇ ਪਰਿਵਾਰ ਨੇ ਮੈਨੂੰ ਦੱਸਿਆ ਕਿ ਦੀਪ ਦੀ ਮੌਤ ਹੋ ਚੁੱਕੀ ਹੈ। ਮੇਰਾ ਦਿਲ ਟੁੱਟ ਗਿਆ। ਮੈਂ ਸਦਮੇ ਦੇ ਵਿੱਚ ਚਲੀ ਗਈ। ਫਿਰ ਮੈਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਚੁੱਕੀ ਸੀ। ਆਪਣੇ ਪਰਿਵਾਰ ਦੇ ਕਹਿਣ ਤੇ ਮੈਂ ਫਲਾਈਟ ਲੈ ਕੇ ਅਮਰੀਕਾ ਵਾਪਸ ਆ ਗਈ ਹਾਂ। ਹੁਣ ਮੇਰੀ ਰੀੜ੍ਹ ਦੀ ਹੱਡੀ ਦੇ ਵਿੱਚ ਫ੍ਰੈਕਚਰ ਹੈ ਅਤੇ ਮੈਂ ਘਰ ਠੀਕ ਹੋ ਰਹੀ ਹਾਂ। ਮੇਰੇ ਪਰਿਵਾਰ ਨੂੰ ਉਮੀਦ ਹੈ ਕਿ ਦੀਪ ਦੀ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਅੱਗੇ ਤੋਂ ਅਜਿਹਾ ਦੁਖਦਾਇਕ ਹਾਦਸਾ ਕਿਸੇ ਹੋਰ ਦੇ ਨਾਲ ਨਹੀਂ ਹੋਵੇਗਾ। ਬੀਤੇ ਦਿਨੀ ਦੀਪ ਸਿੱਧੂ ਦੀ ਸੜਕ ਹਾਦਸੇ ਦੇ ਦੌਰਾਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਕਈ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਸੜਕ ਹਾਦਸੇ ਨੂੰ ਕਤਲ ਵੀ ਦੱਸਿਆ ਜਾ ਰਿਹਾ ਸੀ। ਦੱਸਦੀ ਕਿ ਇਹ ਮਾਮਲਾ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ, ਪਰ ਇਸ ਵਿਚਾਲੇ ਅੰਤਿਮ ਅਰਦਾਸ ਹੋਵੇ ਜਾਂ ਫਿਰ ਉਹਨਾਂ ਦੇ ਪਰਿਵਾਰ ਦੇ ਵੱਲੋਂ ਸੁਖ ਸ਼ਾਂਤੀ ਦੇ ਲਈ ਗੁਰਦੁਆਰਾ ਸਾਹਿਬ ਜਾਣਾ। 24 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਦੀਪ ਸਿੱਧੂ ਦੀ ਅੰਤਿਮ ਅਰਦਾਸ ਸਮਾਗਮ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਅੱਜ ਦੀਪ ਸਿੱਧੂ ਦੀ ਪਤਨੀ ਅਤੇ ਦੀਪ ਸਿੱਧੂ ਦੀ ਬੇਟੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇ ਸੀ, ਜਿੱਥੇ ਉਹਨਾਂ ਦੇ ਵੱਲੋਂ ਮੱਥਾ ਟੇਕਿਆ ਗਿਆ। ਪਰਿਵਾਰ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕੀਤੀ ਗਈ ਅਤੇ ਦੀਪ ਸਿੱਧੂ ਦੀ ਆਤਮਿਕ ਸ਼ਾਂਤੀ ਦੀ ਵੀ ਅਰਦਾਸ ਕਰਦੇ ਹੋਏ ਦੀਪ ਸਿੱਧੂ ਨੂੰ ਇੱਕ ਵਾਰ ਫਿਰ ਤੋਂ ਉਹਨਾਂ ਦੀ ਪਤਨੀ ਅਤੇ ਬੇਟੀ ਸਮੇਤ ਪਰਿਵਾਰ ਦੇ ਵੱਲੋਂ ਨਮ ਅੱਖਾਂ ਦੇ ਨਾਲ ਯਾਦ ਕੀਤਾ ਗਿਆ। ਦੱਸਦੀ ਕਿ ਦੀਪ ਸਿੱਧੂ ਦੀ ਪਤਨੀ ਨਮਰਤਾ ਅਤੇ ਉਹਨਾਂ ਦੀ ਗਰਲਫ੍ਰੈਂਡ ਕਹੀ ਜਾਂਦੀ ਰੀਨਾ ਰਾਏ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਸਨ। ਦਰਅਸਲ ਜਿਸ ਸਮੇਂ ਦੀਪ ਸਿੱਧੂ ਦੀ ਮੌਤ ਹੋਈ ਉਸ ਸਮੇਂ ਵੀ ਉਹ ਆਪਣੀ ਗਰਲਫ੍ਰੈਂਡ ਰੀਨਾ ਦੇ ਨਾਲ ਹੀ ਸੀ, ਜਦੋਂ ਕਿ ਉਹ ਕਾਰ ਦੇ ਵਿੱਚ ਬਿਲਕੁਲ ਸਹੀ ਸਲਾਮਤ ਸੀ। ਉਹਨਾਂ ਦੇ ਕੁਝ ਸੱਟਾਂ ਜ਼ਰੂਰ ਲੱਗੀਆਂ, ਪਰ ਕੁਝ ਹੀ ਦਿਨਾਂ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਬੀਤੇ ਦਿਨ ਰੀਨਾ ਦੇ ਵੱਲੋਂ ਉਹ ਸਾਰਾ ਭਿਆਨਕ ਮੰਜ਼ਰ ਬਿਆਨ ਕੀਤਾ ਗਿਆ ਸੀ। ਦੱਸਿਆ ਗਿਆ ਕਿ ਕਿਵੇਂ ਇਹ ਸਾਰੀ ਘਟਨਾ ਵਾਪਰੀ ਸੀ। ਪੰਜਾਬੀ ਅਦਾਕਾਰ ਅਤੇ ਕਿਸਾਨ ਅੰਦੋਲਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ। ਹਾਦਸੇ ਦੌਰਾਨ ਉਹਨਾਂ ਦੇ ਨਾਲ ਉਹਨਾਂ ਦੀ ਮਹਿਲਾ ਮਿੱਤਰ ਰੀਨਾ ਰॉय ਵੀ ਮੌਜੂਦ ਸੀ। ਹਾਦਸੇ ਤੋਂ ਬਾਅਦ ਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਕੁਝ ਇਮੋਸ਼ਨਲ ਪੋਸਟਾਂ ਸ਼ੇਅਰ ਕੀਤੀਆਂ ਸਨ, ਜਿਸ ਦੇ ਵਿੱਚ ਦੱਸਿਆ ਗਿਆ ਦੀਪ ਦੇ ਨਾਲ ਉਹ ਹਾਦਸਾ ਕਿਸ ਤਰ੍ਹਾਂ ਵਾਪਰਿਆ, ਉਸ ਸਮੇਂ ਉੱਥੋਂ ਦਾ ਦ੍ਰਿਸ਼ ਕਿਹੋ ਜਿਹਾ ਸੀ। ਆਪਣੀ ਪੋਸਟ ਦੇ ਵਿੱਚ ਰੀਨਾ ਨੇ ਲਿਖਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।